ਸੁਪੀਰੀਅਰ ਸਟੱਡੀ ਚੈਨਲ ਨਾਲ ਜੁੜੇ ਸਾਰੇ ਹੀ ਸਿੱਖਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਣੇ ਇਸ ਚੈਨਲ ਦੇ ਅੱਜ ਅਸੀਂ ਕਰਨ ਜਾ ਰਹੇ ਹਾਂ ਇੱਕ ਅਜਿਹਾ ਟੌਪਿਕ ਜਿਸ ਦੇ ਕੁਐਸਚਨ ਸਾਨੂੰ ਅਕਸਰ ਹੀ ਉਹਨਾਂ ਐਗਜ਼ਾਮਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜੋ ਵੀ ਪੰਜਾਬ ਦੇ ਵਿੱਚ ਲਏ ਜਾਂਦੇ ਨੇ, ਕਿਉਂਕਿ ਇਹ ਪੰਜਾਬ ਦੀ ਹਿਸਟਰੀ ਦਾ ਇੱਕ ਇੰਪੋਰਟੈਂਟ ਪਾਰਟ ਹੈ ਅਤੇ ਇਸ ਦੇ ਜਿਹੜੇ ਕੁਐਸਚਨ ਆ ਉਹ ਸਾਨੂੰ ਜ਼ਰੂਰ ਮਿਲ ਜਾਂਦੇ ਨੇ ਇੱਕ ਨਾ ਅੱਧਾ ਹਰ ਇੱਕ ਐਗਜ਼ਾਮ ਦੇ ਵਿੱਚ। ਠੀਕ ਹੈ, ਤਾਂ ਅੱਜ ਦਾ ਸਾਡਾ ਜੋ ਟੌਪਿਕ ਰਹੇਗਾ ਉਹ ਰਹੇਗਾ ਸਮਾਜਿਕ ਧਾਰਮਿਕ ਸੁਧਾਰ ਲਹਿਰਾਂ। ਇਹ ਕਦੋਂ ਚੱਲੀਆਂ, ਕਿਹਨੇ ਚਲਾਈਆਂ, ਕੀ ਪ੍ਰਭਾਵ ਪਿਆ, ਕੀ ਜਿਹੜੇ ਕੁਐਸਚਨ ਆ ਇਸ ਤਰ੍ਹਾਂ ਦੇ ਆ ਸਕਦੇ ਆ ਸਾਨੂੰ ਐਗਜ਼ਾਮ ਦੇ ਵਿੱਚ, ਉਹ ਕੁਐਸਚਨ ਕਿਹੜੇ ਕਿਹੜੇ ਆ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਡਿਸਕਸ ਕਰਾਂਗੇ ਆਪਣੇ ਅੱਜ ਦੇ ਲੈਕਚਰ ਦੇ ਵਿੱਚ। ਠੀਕ ਹੈ, ਤਾਂ ਜਿਹੜੇ ਸਟੂਡੈਂਟਸ ਨੇ ਕਮੈਂਟ ਕੀਤਾ ਸੀ ਆਪਾਂ ਨੂੰ ਭੂਗੋਲਿਕ ਵਿਸ਼ੇਸ਼ਤਾਵਾਂ ਸੰਬੰਧੀ, ਕਿਉਂਕਿ ਉਸ ਨਾਲ ਰਿਲੇਟਡ ਹਰ ਵਾਰ ਕੁਐਸਚਨ ਆਉਂਦਾ ਹੀ ਆਉਂਦਾ ਹੈ, ਚਾਹੇ ਉਹ ਕੋਈ ਵੀ ਐਗਜ਼ਾਮ ਹੋਵੇ। ਤਾਂ ਉਹ ਆਪਣਾ ਲੈਕਚਰ ਆਲਰੇਡੀ ਬਣ ਚੁੱਕਿਆ ਅਤੇ ਉਸ ਦਾ ਲਿੰਕ ਮਿਲੇਗਾ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜੋ ਸਮੇਂ-ਸਮੇਂ 'ਤੇ ਕੁਐਸਚਨ ਪੁੱਛੇ ਜਾਂਦੇ ਨੇ ਅਲੱਗ-ਅਲੱਗ ਪ੍ਰੀਖਿਆਵਾਂ ਦੇ ਵਿੱਚ, ਉਹ ਤੁਹਾਨੂੰ ਕਮਿਊਨਿਟੀ ਬਾਕਸ ਦੇ ਵਿੱਚ ਵੀ ਮਿਲਦੇ ਰਹਿੰਦੇ ਨੇ ਅਤੇ ਉਹਨਾਂ ਦੀ ਆਪਾਂ ਅਲੱਗ ਤੋਂ ਵੀਡੀਓ ਬਣਾਉਂਦੇ ਹੁੰਦੇ ਹਾਂ। ਉਸ ਦੀ ਇੱਕ ਅਲੱਗ ਪਲੇਲਿਸਟ ਹੈ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਸੌਰੀ ਜ਼ਿਆਦਾ ਸਮਾਂ ਲੈ ਲਿਆ ਤੁਹਾਡਾ। ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ ਬਿਨਾਂ ਕਿਸੇ ਦੇਰੀ ਤੋਂ। ਹਾਂਜੀ, ਇਸ ਤੋਂ ਪਹਿਲਾਂ ਕਿ ਆਪਣਾ ਟੌਪਿਕ ਆਪਾਂ ਸਟਾਰਟ ਕਰੀਏ ਤਾਂ ਇੱਕ ਜਨਰਲ ਜਿਹਾ ਰਿਵਿਊ ਲੈ ਲੈਂਦੇ ਹਾਂ ਕਿ ਇਹ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੁਧਾਰ ਲਹਿਰਾਂ ਸੀ ਉਹ ਕਿਉਂ ਪੈਦਾ ਹੋਈਆਂ, ਕੀ ਵਜ੍ਹਾ ਸੀ, ਕੀ ਰੀਜਨ ਸੀ ਇਹਨਾਂ ਦਾ। ਤਾਂ ਅਸਲ ਦੇ ਵਿੱਚ ਜਿਉਂ ਹੀ ਜਿਹੜੀ ਈਸਟ ਇੰਡੀਆ ਕੰਪਨੀ ਸਥਾਪਿਤ ਹੋਈ ਸੀ, ਉਸਨੇ ਵਪਾਰ ਕਰਨ ਦੇ ਨਾਲ ਨਾਲ ਭਾਰਤ ਦੇ ਵਿੱਚ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕਰਨਾ ਸ਼ੁਰੂ ਕਰਤਾ ਸੀ, ਈਸਾਈ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਦੂਸਰੇ ਧਰਮ, ਚਾਹੇ ਉਹ ਹਿੰਦੂ ਧਰਮ ਸੀ ਜਾਂ ਸਿੱਖ ਧਰਮ ਸੀ ਜਾਂ ਕੋਈ ਹੋਰ ਧਰਮ ਸੀ, ਇਹਨਾਂ ਸਾਰੇ ਧਰਮਾਂ ਨੂੰ ਆਪਣੀ ਜਿਹੜੀ ਹੋਂਦ ਹੈ ਉਸ 'ਤੇ ਇੱਕ ਤਰ੍ਹਾਂ ਦਾ ਖਤਰਾ ਮਹਿਸੂਸ ਹੋਣ ਲੱਗ ਪਿਆ। ਇਸੇ ਲਈ ਆਪਣੇ ਧਰਮ ਦੀ ਪਵਿੱਤਰਤਾ ਨੂੰ ਮੁੜ ਕਾਇਮ ਕਰਨ ਦੇ ਲਈ ਅਤੇ ਜੋ ਇਸ ਧਰਮ ਨੂੰ ਛੱਡ ਕੇ ਜਾ ਚੁੱਕੇ ਸੀ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਅਤੇ ਉਹਨਾਂ ਨੂੰ, ਚਾਹੇ ਉਹ ਸਿੱਖ ਧਰਮ ਹੈ ਚਾਹੇ ਹਿੰਦੂ ਧਰਮ ਹੈ, ਉਸ ਦੇ ਪ੍ਰਤੀ ਦੁਬਾਰਾ ਜਾਗਰੂਕ ਕਰਨ ਦੇ ਲਈ ਕੁਛ ਕੁ ਲਹਿਰਾਂ ਚੱਲੀਆਂ। ਠੀਕ ਹੈ, ਜਿਨ੍ਹਾਂ ਨੂੰ ਆਪਾਂ ਧਾਰਮਿਕ ਸੁਧਾਰ ਅੰਦੋਲਨਾਂ ਦਾ ਨਾਮ ਦੇ ਸਕਦੇ ਹਾਂ। ਇਸ ਦੇ ਨਾਲ ਹੀ ਦੂਸਰੀਆਂ ਸੀ ਜੀ ਸਮਾਜ ਸੁਧਾਰਕ ਲਹਿਰਾਂ, ਠੀਕ ਹੈ, ਜਾਂ ਅੰਦੋਲਨ, ਜਿਨ੍ਹਾਂ ਦਾ ਮੁੱਖ ਉਦੇਸ਼ ਸੀ ਜੋ ਉਸ ਸਮੇਂ ਦੇ ਸਮਾਜ ਦੇ ਵਿੱਚ ਬੁਰਾਈਆਂ ਪ੍ਰਚਲਿਤ ਸੀ। ਠੀਕ ਹੈ, ਚਾਹੇ ਉਹ ਸਤੀ ਪ੍ਰਥਾ ਸੀ ਜਾਂ ਜਿਹੜੀਆਂ ਲੜਕੀਆਂ ਉਹਨਾਂ ਨੂੰ ਸਿੱਖਿਆ ਦੇਣ ਦੀ ਪਾਬੰਦੀ ਲਗਾਈ ਹੋਈ ਸੀ ਉਸ ਦੇ ਵਿਰੁੱਧ, ਅਤੇ ਬਾਲ ਵਿਆਹ ਦੇ ਵਿਰੁੱਧ, ਵਿਧਵਾ ਨੂੰ ਨਾਲ ਹੀ ਸਤੀ ਕਰ ਦਿੱਤਾ ਜਾਂਦਾ ਸੀ, ਜੋ ਸਤੀ ਪ੍ਰਥਾ ਸੀਗੀ, ਤਾਂ ਵਿਧਵਾ ਵਿਆਹ ਦੇ ਉੱਪਰ ਵੀ ਜ਼ੋਰ ਦਿੱਤਾ ਜਾਣ ਲੱਗ ਪਿਆ। ਇਹ ਸਾਰੀਆਂ ਜਿਹੜੀਆਂ ਸਮਾਜ ਦੇ ਵਿੱਚ ਬੁਰਾਈਆਂ ਸੀਗੀਆਂ ਕਿ ਵਿਧਵਾ ਨੂੰ ਵਿਆਹ ਕਰਨ ਦੀ ਮਨਾਹੀ ਸੀ, ਤਾਂ ਇਹਨਾਂ ਸਾਰੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਲਈ ਅਲੱਗ-ਅਲੱਗ ਜਿਹੜੀਆਂ ਲਹਿਰਾਂ ਸੀ ਉਹ ਚੱਲੀਆਂ। ਠੀਕ ਹੈ ਜੀ, ਤਾਂ ਆਪਾਂ ਇੱਥੇ ਸਿਰਫ ਉਹਨਾਂ ਲਹਿਰਾਂ ਬਾਰੇ ਫੋਕਸ ਕਰਾਂਗੇ ਜਿਨ੍ਹਾਂ ਦੇ ਕੁਐਸਚਨ ਸਾਨੂੰ ਅਕਸਰ ਹੀ ਐਗਜ਼ਾਮ ਦੇ ਵਿੱਚ ਵੇਖਣ ਨੂੰ ਮਿਲਦੇ ਆ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਜੀ ਬ੍ਰਹਮੋ ਸਮਾਜ ਜਾਂ ਫਿਰ ਬ੍ਰਹਮ ਸਮਾਜ। ਦੋਨਾਂ ਤਰ੍ਹਾਂ ਨਾਲ ਇਹਦਾ ਨਾਮ ਆ ਜਿਹੜਾ ਤੁਹਾਨੂੰ ਉਹ ਲਿਖਿਆ ਮਿਲ ਸਕਦਾ। ਤਾਂ ਮੇਨ ਚੀਜ਼ ਤੁਸੀਂ ਯਾਦ ਰੱਖਣੀ ਹੈ, ਰਾਜਾ ਰਾਮ ਮੋਹਨ ਰਾਏ ਕਿਸ ਨੇ ਚਲਾਇਆ ਸੀ ਜੀ ਇਹ ਧਾਰਮਿਕ ਸੁਧਾਰ ਅੰਦੋਲਨ ਜਾਂ ਸਮਾਜ ਸੁਧਾਰ ਅੰਦੋਲਨ। ਇਹ ਚਲਾਇਆ ਸੀ ਰਾਜਾ ਰਾਮ ਮੋਹਨ ਰਾਏ। ਠੀਕ ਹੈ, ਤਾਂ ਇਹਨਾਂ ਦਾ ਜਿਹੜਾ ਅੰਦੋਲਨ ਦਾ ਸਮਾਂ ਉਹ ਹੈ ਜੀ 1828 ਈਸਵੀ। ਇਹਨਾਂ ਨਾਲ ਸੰਬੰਧਿਤ ਜਿਹੜਾ ਸਾਨੂੰ ਕੁਐਸਚਨ ਦੇਖਣ ਨੂੰ ਮਿਲਦਾ ਉਹ ਇਹ ਹੈ ਕਿ ਇਹਨਾਂ ਨੂੰ ਭਾਰਤੀ ਪੁਨਰ ਜਾਗਰਣ ਦੇ ਪਿਤਾ ਕਿਹਾ ਜਾਂਦਾ ਹੈ। ਠੀਕ ਹੈ, ਵੈਰੀ ਇੰਪੋਰਟੈਂਟ ਕੁਐਸਚਨ। ਨੈਕਸਟ, ਸਮਾਜਿਕ ਜਾਂ ਸਮਾਜ ਸੁਧਾਰਕ ਅੰਦੋਲਨ ਜਿਹੜੇ ਇਹਨਾਂ ਨੇ ਵੱਖ-ਵੱਖ ਚਲਾਏ ਸੀ ਅਤੇ ਮੇਨਲੀ ਇਹਦੇ ਅਧੀਨ ਹੀ ਚੱਲੇ ਸੀ, ਬ੍ਰਹਮੋ ਸਮਾਜ ਲਹਿਰ ਦੇ ਅਧੀਨ। ਠੀਕ ਹੈ, ਸਤੀ ਪ੍ਰਥਾ ਨੂੰ ਬੰਦ ਕਰਵਾਉਣ ਦੇ ਵਿੱਚ ਇਹਨਾਂ ਦਾ ਕਾਫੀ ਸਹਿਯੋਗ ਸੀਗਾ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਜੋ ਸਭ ਤੋਂ ਵੱਡੀ ਪ੍ਰਾਪਤੀ ਸੀ ਇਹਨਾਂ ਦੀ ਉਹ ਇਹ ਸੀ ਕਿ ਜੋ ਡੇਵਿਡ ਹੇਅਰ ਇੱਕ ਅੰਗਰੇਜ਼ ਅਧਿਕਾਰੀ ਸੀ, ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਹਿੰਦੂ ਕਾਲਜ ਬਣਵਾਇਆ ਸੀ। ਠੀਕ ਹੈ, ਇਹ ਸਾਰੇ ਕੁਐਸਚਨ ਆ ਜਿਹੜੇ ਉਹ ਅਲੱਗ-ਅਲੱਗ ਐਗਜ਼ਾਮ ਦੇ ਵਿੱਚ ਪੁੱਛੇ ਜਾ ਚੁੱਕੇ ਨੇ, ਸੋ ਧਿਆਨ ਨਾਲ ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ। ਠੀਕ ਹੈ, ਅੱਗੇ ਚੱਲਦੇ ਹਾਂ ਆਪਾਂ। ਅੱਗੇ ਇਸ ਦੀ ਸਥਾਪਨਾ ਕਿੱਥੇ ਹੋਈ ਸੀ, ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ। ਬ੍ਰਹਮੋ ਸਮਾਜ ਦੀ ਸਥਾਪਨਾ ਕਿੱਥੇ ਹੋਈ ਸੀ, ਤਾਂ ਇਹ ਸਥਾਪਨਾ ਹੋਈ ਸੀ ਜੀ ਬੰਗਾਲ ਦੇ ਵਿੱਚ। ਠੀਕ ਹੈ, ਨੈਕਸਟ ਦੋ ਰਚਨਾਵਾਂ ਜੋ ਕਿ ਰਾਜਾ ਰਾਮ ਮੋਹਨ ਰਾਏ ਦੀਆਂ ਬਹੁਤ ਪ੍ਰਸਿੱਧ ਨੇ, ਉਹ ਕਿਹੜੀਆਂ ਨੇ, ਤੁਹਫਾਤ ਉਲ ਮੁਹੱਬਦੀਨ ਅਤੇ ਦੂਸਰੀ ਹੈ ਜੀ ਮਿਰਾਤ ਉਲ ਅਖਬਾਰ। ਆਹ ਪੁਸਤਕ ਹੈਗੀ ਅਤੇ ਆਹ ਵਾਲੀ ਹੈ ਜਿਹੜੀ ਉਹਨਾਂ ਨੇ ਅਖਬਾਰ ਕੱਢੀ ਸੀ। ਠੀਕ ਹੈ, ਅਤੇ ਇਸ ਤੋਂ ਬਾਅਦ ਜਦੋਂ ਇਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਰਾਜਾ ਰਾਮ ਮੋਹਨ ਰਾਏ ਜੀ ਦਾ, ਤਾਂ ਇਹਨਾਂ ਦੀ ਜਿਹੜੀ ਲਹਿਰ ਸੀ, ਇਹਨਾਂ ਦੀ ਚਲਾਈ ਹੋਈ ਲਹਿਰ ਸੀ, ਉਸ ਨੂੰ ਅੱਗੇ ਲਿਜਾਣ ਦਾ ਜਿਹੜਾ ਸਿਹਰਾ ਹੈ ਉਹ ਵੱਜਦਾ ਜੀ ਦਵਿੰਦਰ ਨਾਥ ਟੈਗੋਰ ਅਤੇ ਉਸ ਤੋਂ ਬਾਅਦ ਕੇਸ਼ਵ ਚੰਦਰ ਸੇਨ ਦੇ ਸਿਰ 'ਤੇ।
ਠੀਕ ਹੈ। ਸੋ ਇਹ ਸਾਰੇ ਕੁਐਸਚਨ ਸੀ ਸਾਡੇ ਬ੍ਰਹਮੋ ਸਮਾਜ ਨਾਲ ਰਿਲੇਟਡ, ਜੋ ਕਿ ਵੱਖ-ਵੱਖ ਐਗਜ਼ਾਮਸ ਦੇ ਵਿੱਚ ਪੁੱਛੇ ਗਏ ਨੇ। ਅਗਲਾ ਅਸੀਂ ਚੱਲਦੇ ਹਾਂ ਆਰੀਆ ਸਮਾਜ ਵੱਲ। ਅਗੇਨ ਬਹੁਤ ਸਾਰੇ ਕੁਐਸਚਨਸ ਇਹ ਤੋਂ ਬਣਦੇ ਨੇ ਜਿਹੜੇ ਕਿ ਐਗਜ਼ਾਮਸ ਦੇ ਵਿੱਚ ਰਿਪੀਟਡਲੀ ਪੁੱਛੇ ਜਾਂਦੇ ਨੇ। ਸਭ ਤੋਂ ਪਹਿਲਾਂ ਹੈ ਜੀ ਆਰੀਆ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਆਰੀਆ ਸਮਾਜ ਦੀ ਸਥਾਪਨਾ ਕੀਤੀ ਸਵਾਮੀ ਦਇਆਨੰਦ ਸਰਸਵਤੀ। ਠੀਕ ਹੈ ਜੀ। ਤਾਂ ਇਹਨਾਂ ਦਾ ਜਿਹੜਾ ਸਿਧਾਂਤ ਸੀਗਾ ਮੁੜ ਵੇਦਾਂ ਵੱਲ। ਆਹ ਵਾਲਾ ਜਿਹੜਾ ਕੁਐਸਚਨ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ। ਅਤੇ ਇਸ ਦੇ ਨਾਲ ਹੀ ਇੱਕ ਸਾਨੂੰ ਜਿਹੜਾ ਕਥਨ ਮਿਲਦਾ ਇਹਨਾਂ ਦਾ ਕਿ ਵੇਦਾਂ ਦੇ ਵਿੱਚ ਸੰਪੂਰਨ ਸੱਚਾਈ ਨਿਹਿਤ ਹੈ। ਇਹ ਜਿਹੜਾ ਕੁਐਸਚਨ ਹੈ ਉਹ ਹਿਸਟਰੀ ਦੇ ਵਿੱਚ ਆਮ ਹੀ ਪੁੱਛਿਆ ਜਾਂਦਾ ਹੈ। ਇਹ ਕਥਨ ਦੇ ਕੇ ਇਹਨਾਂ ਨੂੰ ਇਨਵਰਟਿਡ ਕਾਮੇਜ਼ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਅਤੇ ਪੁੱਛਿਆ ਜਾਂਦਾ ਹੈ ਕਿ ਇਹ ਕਥਨ ਹੈ ਕਿਸ ਦਾ। ਠੀਕ ਹੈ। ਤਾਂ ਵੇਦਾਂ ਨਾਲ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਕਿ ਕਿਸਨੇ ਵੇਦਾਂ 'ਤੇ ਜ਼ੋਰ ਦਿੱਤਾ ਸੀ ਕਿ ਮੁੜ ਕੇ ਜਿਹੜੀਆਂ ਸਾਰੀਆਂ ਆਧੁਨਿਕਤਾ ਨੂੰ, ਚਾਹੇ ਤੁਸੀਂ ਆਧੁਨਿਕਤਾ ਵੱਲ ਵੱਧ ਰਹੇ ਹੋ, ਚਾਹੇ ਕਿੱਧਰ ਮਰਜ਼ੀ ਵੱਧ ਰਹੇ ਹੋ, ਪਰ ਅਸਲ ਦੇ ਵਿੱਚ ਜਿਹੜੀ ਜੀਵਨ ਜਾਂਚ ਆ ਉਹ ਕੌਣ ਸਿਖਾਉਂਦੇ ਨੇ? ਵੇਦ। ਇਹ ਕਿਹਦਾ ਵਿਚਾਰ ਸੀ ਜੀ? ਇਹ ਵਿਚਾਰ ਸੀਗਾ ਸਵਾਮੀ ਦਇਆਨੰਦ ਸਰਸਵਤੀ ਦਾ। ਠੀਕ ਹੈ। ਅਗਲਾ ਸਾਡਾ ਕੁਐਸਚਨ ਬਣਦਾ ਹੈ ਕਿ ਇਹਨਾਂ ਨੇ ਆਰੀਆ ਸਮਾਜ ਦੀ ਸਥਾਪਨਾ ਕਿੱਥੇ ਕੀਤੀ ਸੀ? ਤਾਂ ਇਹ ਦੇਖੋ, ਇਹ ਦੋ ਕੁਐਸਚਨ ਬਣਦੇ ਨੇ ਸਾਡੇ ਕੋਲ। 1875 ਦੇ ਵਿੱਚ ਇਹਨਾਂ ਨੇ ਬੰਬਈ ਵਿਖੇ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀ। ਠੀਕ ਹੈ। ਅਤੇ ਉਸ ਤੋਂ ਬਾਅਦ ਇੱਕ ਲਾਹੌਰ ਵਾਲਾ ਮਿਲਦਾ ਸਾਨੂੰ 1877। ਨੈਕਸਟ ਇਹਨਾਂ ਦੀ ਬਹੁਤ ਹੀ ਪ੍ਰਸਿੱਧ ਪੁਸਤਕ ਹੈ ਸਤਿਆਰਥ ਪ੍ਰਕਾਸ਼। ਹੋਰ ਚਾਹੇ ਕੁਛ ਮਰਜ਼ੀ ਭੁੱਲ ਜਾਓ, ਆਹ ਬੁੱਕ ਦਾ ਨਾਮ ਨਾ ਭੁੱਲਿਓ, ਕਿਉਂਕਿ ਇਹਦੇ ਨਾਲ ਸੰਬੰਧਿਤ ਬਹੁਤ ਸਾਰੇ ਕੁਐਸਚਨ ਆ ਜਿਹੜੇ ਉਹ ਸਾਨੂੰ ਮਿਲਦੇ ਨੇ, ਕਿਉਂਕਿ ਇਸੇ ਬੁੱਕ ਦੇ ਵਿੱਚ ਇਹਨਾਂ ਨੇ ਬਹੁਤ ਸਿਧਾਂਤ ਦਿੱਤੇ ਨੇ, ਤਾਂ ਕਰਕੇ ਹੀ ਇਸ ਨੂੰ ਪ੍ਰਸਿੱਧ ਮੰਨਿਆ ਜਾਂਦਾ ਹੈ। ਅਤੇ ਜਿਹੜਾ ਆਰੀਆ ਦੇ ਆਗਮਨ ਦਾ ਸਿਧਾਂਤ ਹੈ ਕਿ ਤਿੱਬਤ ਨਾਲ ਸੰਬੰਧਿਤ, ਤਾਂ ਉਹ ਵੀ ਸਾਨੂੰ ਇਸੇ ਬੁੱਕ ਦੇ ਵਿੱਚੋਂ ਮਿਲਦਾ ਹੈ। ਠੀਕ ਹੈ ਜੀ। ਅਤੇ ਮੇਨਲੀ ਇਹਨਾਂ ਦੀ ਲਹਿਰ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਮਿਲਦੀਆਂ ਦੇਖਣ ਨੂੰ, ਉਹ ਇਹ ਮਿਲਦੀਆਂ ਨੇ। ਇਹਨਾਂ ਨੇ ਮੂਰਤੀ ਪੂਜਾ ਦੀ ਵਿਰੋਧਤਾ ਕੀਤੀ ਸੀ। 10 ਨਿਯਮ ਬਣਾਏ ਸੀਗੇ, ਉਹ ਅਲੱਗ-ਅਲੱਗ ਇੰਨੀ ਦੂਰ ਡੂੰਘਾਈ 'ਚ ਜਾਣ ਦੀ ਆਪਾਂ ਨੂੰ ਲੋੜ ਨਹੀਂ ਇਹਨਾਂ ਨਿਯਮਾਂ ਦੇ ਵਿੱਚ ਪੈਣ ਦੀ। ਠੀਕ ਹੈ। ਤਾਂ ਆਪਾਂ ਸਿਰਫ ਇੰਨਾ ਯਾਦ ਰੱਖਣਾ ਕਿ ਜੋ ਵੀ ਇਸ ਸਮਾਜ ਨੂੰ, ਇਸ ਆਰੀਆ ਸਮਾਜ ਨੂੰ ਅਪਣਾਉਂਦਾ ਸੀ, ਉਸ ਨੂੰ 10 ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ। ਅਤੇ ਨੈਕਸਟ 5 ਮਹਾਯੱਗ। ਠੀਕ ਹੈ। ਆਰੀਆ ਸਮਾਜ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਹਰ ਇੱਕ ਵਿਅਕਤੀ ਨੂੰ ਇਹਨਾਂ 5 ਮਹਾਯੱਗਾਂ ਦੀ ਪਾਲਣਾ ਕਰਨੀ ਪੈਂਦੀ ਸੀ। ਅੱਗੇ ਇਹਨਾਂ ਨੇ ਸ਼ੁੱਧੀ ਲਹਿਰ ਜਾਂ ਠੀਕ ਹੈ, ਇੱਥੇ ਸ਼ੁੱਧੀ ਲਹਿਰ ਚਲਾਈ ਸੀ ਇਹਨਾਂ ਨੇ। ਇਸ ਦਾ ਮਤਲਬ ਕੀ ਸੀਗਾ? ਇਸੇ ਲਹਿਰ ਦਾ ਕਰਕੇ ਬਹੁਤ ਸਾਰੇ ਲੋਕ ਸੀ ਜਿਹੜੇ ਉਹ ਆਰੀਆ ਸਮਾਜ ਦੇ ਵਿੱਚ ਸ਼ਾਮਿਲ ਹੋ ਗਏ ਸੀ। ਇਹ ਜਿਹੜੀ ਲਹਿਰ ਸੀ, ਇਹਦੇ ਅਕੋਰਡਿੰਗ ਕੀ ਹੁੰਦਾ ਸੀਗਾ, ਇੱਕ ਤਰ੍ਹਾਂ ਦੀ ਰਸਮ ਕੀਤੀ ਜਾਂਦੀ ਸੀ ਜੋ ਕਿ ਕਿਸੇ ਹੋਰ ਧਰਮ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਨੇ ਲੋਕ, ਜਾਂ ਕਿਸੇ ਜਿਹੜੇ ਹੋਰ ਜਾਤ ਦੇ ਲੋਕ ਨੇ, ਉਹਨਾਂ ਨੂੰ ਇੱਕ ਪ੍ਰਕਿਰਿਆ ਰਾਹੀਂ ਸ਼ੁੱਧ ਕੀਤਾ ਜਾਂਦਾ ਸੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਪ੍ਰਵੇਸ਼ ਕਰਵਾਇਆ ਜਾਂਦਾ ਸੀ ਆਰੀਆ ਸਮਾਜ ਦੇ ਵਿੱਚ। ਠੀਕ ਹੈ। ਤਾਂ ਉਹਨਾਂ ਨੂੰ ਬਣਦਾ ਜਿਹੜਾ ਮਾਣ ਸਤਿਕਾਰ ਉਹ ਮਿਲ ਜਾਂਦਾ ਸੀ। ਓਕੇ। ਤਾਂ ਇਹ ਸਾਰੇ ਪੁਆਇੰਟ ਤੁਸੀਂ ਯਾਦ ਰੱਖਣੇ ਆ ਆਰੀਆ ਸਮਾਜ ਦੇ। ਓਕੇ। ਨੈਕਸਟ ਅਸੀਂ ਚੱਲਦੇ ਹਾਂ ਨਾਮਧਾਰੀ ਅੰਦੋਲਨ ਵੱਲ। ਅਗੇਨ ਮੋਸਟ ਇੰਪੋਰਟੈਂਟ ਟੋਪਿਕ, ਨਾਮਧਾਰੀ ਅੰਦੋਲਨ ਯਾਨੀ ਕਿ ਕੂਕਾ ਲਹਿਰ। ਇਸ ਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ ਹੈ। ਨਾਮਧਾਰੀ ਅੰਦੋਲਨ ਕਿਉਂ ਪਿਆ ਇਸ ਦਾ ਨਾਮ? ਇਹ ਕੁਐਸਚਨ ਵੀ ਇੰਪੋਰਟੈਂਟ ਹੈ। ਕਿਉਂ ਪਿਆ? ਕਿਉਂਕਿ ਇਹਦੇ ਜਿਹੜੇ ਆਗੂ ਸੀਗੇ ਮੇਨਲੀ ਬਾਬਾ ਰਾਮ ਸਿੰਘ, ਉਸ ਤੋਂ ਪਹਿਲਾਂ ਬਾਬਾ ਬਾਲਕ ਸਿੰਘ ਜੀ ਸੀਗੇ, ਉਹਨਾਂ ਨੇ ਹਮੇਸ਼ਾ ਹੀ ਨਾਮ ਜਪਣ ਉੱਪਰ ਜ਼ੋਰ ਦਿੱਤਾ ਸੀ, ਨਾਮ ਬਾਣੀ ਦਾ ਅਭਿਆਸ ਕਰਨ ਉੱਤੇ ਜ਼ਿਆਦਾ ਜ਼ੋਰ ਦਿੱਤਾ ਸੀ। ਇਸੇ ਕਰਕੇ ਇਸ ਦਾ ਨਾਮ ਪਿਆ ਨਾਮਧਾਰੀ ਅੰਦੋਲਨ। ਦੂਸਰਾ ਹੈ ਜੀ ਕੂਕਾ ਲਹਿਰ। ਤਾਂ ਇਹ ਆਪਣੇ ਜਿਹੜੇ ਨਾਮ ਦਾ ਪ੍ਰਚਾਰ ਕਰਦੇ ਸੀ ਉਹ ਉੱਚੀ ਉੱਚੀ ਕੂਕਾਂ ਮਾਰ ਕੇ ਕਰਦੇ ਸੀ, ਇਸੇ ਕਰਕੇ ਹੀ ਇਸ ਲਹਿਰ ਦਾ ਨਾਮ ਪੈ ਗਿਆ ਕੂਕਾ ਲਹਿਰ। ਠੀਕ ਹੈ। ਮੋਢੀ ਆਪਾਂ ਆਲਰੇਡੀ ਕਰ ਚੁੱਕੇ ਹਾਂ, ਬਾਬਾ ਬਾਲਕ ਸਿੰਘ ਜੀ, ਪਰ ਇਹਨਾਂ ਦੇ ਪ੍ਰਮੁੱਖ ਮੋਢੀ ਮੰਨੇ ਜਾਂਦੇ ਨੇ, ਮਤਲਬ ਜਿਨ੍ਹਾਂ ਨੇ ਜ਼ਿਆਦਾ ਵੱਡੇ ਲੈਵਲ 'ਤੇ ਇਸ ਦਾ ਪ੍ਰਚਾਰ ਕੀਤਾ ਨਾਮਧਾਰੀ ਲਹਿਰ ਦਾ, ਦੈਟ ਇਜ਼ ਬਾਬਾ ਰਾਮ ਸਿੰਘ ਕੂਕਾ। ਠੀਕ ਹੈ। ਤਾਂ ਇਹਨਾਂ ਦਾ ਜਨਮ ਵੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ, ਛੋਟੇ ਬੱਚਿਆਂ ਦੀਆਂ ਕਲਾਸਿਸ ਦੇ ਵਿੱਚ ਵੀ ਇਹ ਜਿਹੜਾ ਕੁਐਸਚਨ ਆ ਉਹ ਆਮ ਹੀ ਵੇਖਣ ਨੂੰ ਮਿਲਦਾ ਇਹਨਾਂ ਦੇ ਜਨਮ ਬਾਰੇ। ਤਾਂ ਜਨਮ ਹੈ ਜੀ 3 ਫਰਵਰੀ 1815। ਠੀਕ ਹੈ। ਅਤੇ ਪਿੰਡ ਕਿਹੜਾ ਜੀ? ਪਿੰਡ ਹੈ ਜੀ ਭੈਣੀ ਰਾਈਆ, ਜਿਸ ਨੂੰ ਅੱਜ ਕੱਲ੍ਹ ਭੈਣੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ। ਅਤੇ ਉਸ ਤੋਂ ਅੱਗੇ ਅਸੀਂ ਗੱਲ ਕਰੀਏ ਜੋ ਮੇਨਲੀ ਇਹਨਾਂ ਨੇ ਕਿੱਥੋਂ ਸਟਾਰਟ ਕੀਤਾ ਸੀਗਾ ਆਪਣੀ ਜਿਹੜੀ ਲਹਿਰ ਹੈ ਨਾਮਧਾਰੀ ਲਹਿਰ ਨੂੰ, ਉਹ ਕੀਤਾ ਸੀ 1857 ਈਸਵੀ ਨੂੰ ਵਿਸਾਖੀ ਵਾਲੇ ਦਿਨ ਇਹਨਾਂ ਨੇ ਰੀਕ੍ਰੀਏਸ਼ਨ ਕੀਤੀ ਸੀਗੀ। ਠੀਕ ਹੈ। ਤਾਂ ਉਸੇ ਤਰ੍ਹਾਂ ਹੀ ਇਹਨਾਂ ਨੇ ਇੱਕ ਨਾਮਧਾਰੀ ਜਥੇਬੰਦੀ ਦੀ ਸਥਾਪਨਾ ਕੀਤੀ ਅਤੇ ਉੱਥੇ ਇਹਨਾਂ ਨੇ 5 ਪਿਆਰੇ ਜਿਹੜੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀ ਵਿਸਾਖੀ ਵਾਲੇ ਦਿਨ 1857 ਦੇ ਵਿੱਚ। ਠੀਕ ਹੈ। ਕਿਹੜੀ ਜਥੇਬੰਦੀ ਦੀ ਉੱਥੇ ਸਥਾਪਨਾ ਕੀਤੀ? ਨਾਮਧਾਰੀ ਜਥੇਬੰਦੀ ਦੀ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਰਜ ਕੀਤੇ ਗਏ ਕੂਕਾ ਲਹਿਰ ਵੱਲੋਂ। ਅਤੇ ਇਹਨਾਂ ਨੇ ਕੀ ਕੀਤਾ ਸੀ? ਇਹਨਾਂ ਨੇ ਪੰਜਾਬ ਦੇ ਵਿੱਚ
22 ਜਿਹੜੇ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਸੂਬੇ। ਦੇਖੋ ਆਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਆਹ ਵਾਲਾ ਧਿਆਨ ਨਾਲ, ਤਿੰਨੇ ਪੁਆਇੰਟ ਹੀ ਤੁਸੀਂ ਧਿਆਨ ਨਾਲ ਕਰ ਲੈਣੇ ਨੇ। 22 ਪ੍ਰਚਾਰ ਕੇਂਦਰ ਇਹਨਾਂ ਨੇ ਸਥਾਪਿਤ ਕੀਤੇ ਜਿਨ੍ਹਾਂ ਨੂੰ ਸੂਬੇ ਕਿਹਾ ਜਾਂਦਾ ਸੀ। ਇਹਨਾਂ ਦੁਆਰਾ ਨਾਮ ਬਾਣੀ ਦਾ ਜਿਹੜਾ ਪ੍ਰਚਾਰ ਕੀਤਾ ਜਾਂਦਾ ਸੀ ਅਤੇ ਨਾਲ ਦੀ ਨਾਲ ਹੀ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਜੋ ਵੀ ਵਿਦੇਸ਼ੀ ਚੀਜ਼ਾਂ ਨੇ, ਚਾਹੇ ਸਹੂਲਤਾਂ ਨੇ ਜਾਂ ਉਹਨਾਂ ਦੀਆਂ ਕੋਈ ਵੀ ਸੇਵਾਵਾਂ ਨੇ, ਤਾਂ ਉਹਨਾਂ ਦਾ ਸੇਵਨ ਨਹੀਂ ਕਰਨਾ, ਠੀਕ ਹੈ, ਉਹਨਾਂ ਦਾ ਉਪਯੋਗ ਨਹੀਂ ਕਰਨਾ। ਅਤੇ ਪੰਜਾਬ ਦੇ ਵਿੱਚ ਜਿਹੜੀ ਸਵਦੇਸ਼ੀ ਲਹਿਰ ਆ ਉਹ ਸਭ ਤੋਂ ਪਹਿਲਾਂ ਕਿਸ ਨੇ ਚਲਾਈ? ਦੇਖੋ ਮਹਾਤਮਾ ਗਾਂਧੀ ਤਾਂ ਬਹੁਤ ਬਾਅਦ ਦੇ ਵਿੱਚ ਆਉਂਦੇ ਨੇ, ਅਸਲ ਦੇ ਵਿੱਚ ਨੀਂਹ ਕੌਣ ਰੱਖ ਚੁੱਕਿਆ ਸੀ? ਬਾਬਾ ਰਾਮ ਸਿੰਘ ਕੂਕਾ, ਠੀਕ ਹੈ। ਅਤੇ ਇਹਨਾਂ ਨੇ ਸਾਰੀਆਂ ਬ੍ਰਿਟਿਸ਼ ਵਸਤਾਂ ਦੇ ਸੰਸਥਾਵਾਂ ਦਾ ਬਾਈਕਾਟ ਕੀਤਾ ਸੀ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਇਹਨਾਂ ਨੇ ਡਾਕ ਅਤੇ ਤਾਰ ਆ ਉਹਦਾ ਬਾਈਕਾਟ ਕੀਤਾ ਸੀ। ਅਤੇ ਇਹ ਕੀ ਕਰਦੇ ਸੀਗੇ, ਜੋ ਵੀ ਡਾਕ ਪਹੁੰਚਾਉਣ ਦਾ ਕੰਮ ਸੀ ਉਹ ਆਪ ਜਾਂ ਆਪਣੇ ਨਾਲ ਦੇ ਜਿਹੜੇ ਇਹਨਾਂ ਦੇ ਸਾਥੀ ਸੀ ਉਹ ਘੋੜਿਆਂ 'ਤੇ ਜਾ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਿਹੜਾ ਸੁਨੇਹਾ ਉਹ ਪਹੁੰਚਾਇਆ ਕਰਦੇ ਸੀ, ਠੀਕ ਹੈ। ਤਾਂ ਇਸੇ ਤਰ੍ਹਾਂ ਜਿੰਨੀਆਂ ਵੀ ਸੇਵਾਵਾਂ ਪ੍ਰਦਾਨ ਕੀਤੀਆਂ ਸੀ ਬ੍ਰਿਟਿਸ਼ ਸਾਮਰਾਜ ਨੇ, ਉਹਨਾਂ ਸਾਰਿਆਂ ਦਾ ਇਹਨਾਂ ਨੇ ਬਾਈਕਾਟ ਕੀਤਾ ਸੀ, ਠੀਕ ਹੈ। ਇਹਦੇ ਨਾਲ ਰਿਲੇਟਡ ਇੱਕ ਕੁਐਸਚਨ ਮੈਂ ਪੜ੍ਹਿਆ ਸੀ, ਉਹ ਵੀ ਇੰਪੋਰਟੈਂਟ ਹੈ ਕਿ ਇਹਦਾ ਜ਼ਿਕਰ ਜਿਹੜੇ ਸਾਡੇ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੇ ਉਹਨਾਂ ਨੇ ਵੀ ਕੀਤਾ ਸੀ ਕਿ ਅਸਲ ਦੇ ਵਿੱਚ ਜਿਹੜੀ ਇਹਦੀ ਸ਼ੁਰੂਆਤ ਆ ਮਹਾਤਮਾ ਗਾਂਧੀ ਨੇ ਤਾਂ ਬਹੁਤ ਬਾਅਦ ਦੇ ਵਿੱਚ ਕੀਤੀ। ਇਹ ਸ਼ੁਰੂ ਹੋ ਚੁੱਕੀ ਸੀ ਬਾਬਾ ਰਾਮ ਸਿੰਘ ਜੀ, ਜੋ ਬਾਬਾ ਰਾਮ ਸਿੰਘ ਜੀ ਕੂਕਾ ਸੀਗੇ ਉਹਨਾਂ ਦੁਆਰਾ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀ ਉਹ ਲਗਾਤਾਰ ਵੱਧਦੀਆਂ ਗਈਆਂ ਅਤੇ ਫਿਰ ਇਹਨਾਂ ਨੂੰ ਇੱਕ ਸਜ਼ਾ ਦੇ ਦਿੱਤੀ ਗਈ ਸੀ ਕਾਲੇ ਪਾਣੀ ਦੀ, ਠੀਕ ਹੈ। ਤਾਂ ਇਹਨਾਂ ਨੂੰ ਰੰਗੂਨ ਭੇਜ ਦਿੱਤਾ ਗਿਆ ਸੀ ਅਤੇ ਉੱਥੇ ਹੀ ਇਹਨਾਂ ਦੀ ਜਿਹੜਾ ਇਹਨਾਂ ਦਾ ਦੇਹਾਂਤ ਹੋ ਗਿਆ ਸੀ 1885 ਈਸਵੀ ਦੇ ਵਿੱਚ, ਠੀਕ ਹੈ। ਅੱਗੇ ਚੱਲਦੇ ਹਾਂ। ਅੱਗੇ ਹੈ ਜੀ ਸਾਡਾ ਪ੍ਰਾਰਥਨਾ ਸਮਾਜ। ਇਹਦੇ ਨਾਲ ਕੋਈ ਜ਼ਿਆਦਾ ਕੁਐਸਚਨ ਨਹੀਂ ਮਿਲਦੇ, ਸਿਰਫ 2 ਕੁਐਸਚਨ ਇੰਪੋਰਟੈਂਟ ਨੇ, ਉਹ ਤੁਸੀਂ ਕਰ ਲੈਣੇ ਨੇ। ਕਿ ਇਹ ਸ਼ੁਰੂ ਕਿਸ ਨੇ ਕੀਤਾ? ਇਹ ਸ਼ੁਰੂ ਕੀਤਾ ਜੀ ਆਤਮਾ ਰੰਗ ਪਾਂਡੂ ਰੰਗ, ਠੀਕ ਹੈ। ਆਤਮਾ ਰੰਗ ਪਾਂਡੂ ਰੰਗ, ਇਹਨੂੰ ਯਾਦ ਕਰ ਸਕਦੇ ਹਾਂ ਆਪਾਂ। ਪ੍ਰਾਰਥਨਾ ਸਾਨੂੰ ਕਰਨੀ ਚਾਹੀਦੀ ਹੈ ਸੱਚੀ ਆਤਮਾ ਦੇ ਨਾਲ, ਠੀਕ ਹੈ। ਪ੍ਰਾਰਥਨਾ ਕਰੋ ਸੱਚੀ ਆਤਮਾ ਦੇ ਨਾਲ, ਓਕੇ ਜੀ। ਅਤੇ ਅਗਲਾ ਕੁਐਸਚਨ ਬਣਦਾ ਹੈ ਕਿ ਇਹਨਾਂ ਨੇ ਕੀ ਤੋਂ ਪ੍ਰੇਰਨਾ ਲਈ ਸੀ ਇਸ ਸਮਾਜ ਨੂੰ ਸਥਾਪਿਤ ਕਰਨ ਦੀ? ਤਾਂ ਉਹ ਪ੍ਰੇਰਨਾ ਲਈ ਸੀ ਇਹਨਾਂ ਨੇ ਕੇਸ਼ਵ ਚੰਦਰ ਸੇਨ ਤੋਂ, ਓਕੇ ਜੀ। ਤਾਂ ਇਹ ਸੀ ਸਾਡਾ ਪ੍ਰਾਰਥਨਾ ਸਮਾਜ ਨਾਲ ਸੰਬੰਧਿਤ ਕੁਐਸਚਨ। ਅਗਲਾ ਹੈ ਜੀ ਸੱਤਿਆ ਸ਼ੋਧਕ ਸਮਾਜ। ਇਹ ਵੀ ਬਹੁਤ ਇੰਪੋਰਟੈਂਟ ਹੈ। ਜੋਤੀਬਾ ਫੂਲੇ ਨਾਲ ਸੰਬੰਧਿਤ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ ਅਲੱਗ-ਅਲੱਗ ਐਗਜ਼ਾਮ ਦੇ ਵਿੱਚ। ਤਾਂ ਇਹ ਜਿਹੜਾ ਸਮਾਜ ਅੰਦੋਲਨ ਹੈ ਇਹਦੀ ਸਥਾਪਨਾ ਕੀਤੀ ਗਈ ਜੋਤੀਬਾ ਫੂਲੇ ਦੁਆਰਾ 1873 ਈਸਵੀ ਦੇ ਵਿੱਚ। ਕਿਉਂ? ਕੀ ਰੀਜ਼ਨ ਸੀ? ਛੋਟੀਆਂ ਜਾਂ ਨੀਵੀਆਂ ਜਾਤੀਆਂ ਸੀ ਉਹਨਾਂ ਦੀ ਸੁਰੱਖਿਆ ਕਰਨ ਦੇ ਲਈ ਇਹ ਜਿਹੜਾ ਸਮਾਜ ਅੰਦੋਲਨ ਆ ਉਹ ਚਲਾਇਆ ਗਿਆ, ਠੀਕ ਹੈ ਜੀ। ਸੱਤਿਆ ਸ਼ੋਧਕ, ਕਲੀਅਰ। ਅਗਲਾ ਸਾਡਾ ਕੁਐਸਚਨ ਹੈ ਜੀ ਰਾਮਾ ਕ੍ਰਿਸ਼ਨ ਮਿਸ਼ਨ। ਰਾਮਾ ਕ੍ਰਿਸ਼ਨ ਮਿਸ਼ਨ ਹੈ ਜਿਹੜਾ ਉਹ ਸਵਾਮੀ ਵਿਵੇਕਾਨੰਦ ਦੁਆਰਾ ਚਲਾਇਆ ਗਿਆ। ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਵਿਵੇਕਾਨੰਦ ਜੀ ਨਾਲ ਸੰਬੰਧਿਤ। ਕਦੋਂ ਚਲਾਇਆ ਗਿਆ ਜੀ? 1897 ਈਸਵੀ ਦੇ ਵਿੱਚ, ਠੀਕ ਹੈ। ਇਹ ਦੋਨੇ ਪੁਆਇੰਟ ਯਾਦ ਰੱਖਣੇ ਆ। ਸਵਾਮੀ ਵਿਵੇਕਾਨੰਦ, ਦੇਖੋ ਸਵਾਮੀ ਦਇਆਨੰਦ ਸਰਸਵਤੀ ਅਤੇ ਸਵਾਮੀ ਵਿਵੇਕਾਨੰਦ ਦੇ ਵਿੱਚ ਉਲਝਣਾ ਨਹੀਂ ਹੈਗਾ, ਠੀਕ ਹੈ। ਰਾਮਾ ਕ੍ਰਿਸ਼ਨ ਮਿਸ਼ਨ, ਠੀਕ ਹੈ। ਇਹਨੂੰ ਯਾਦ ਰੱਖਣਾ ਤੁਸੀਂ। ਇਹਨਾਂ ਦੇ ਪਿੱਛੇ ਵਿਵੇਕਾਨੰਦ ਆਉਂਦਾ ਹੈ, ਠੀਕ ਹੈ। ਤਾਂ ਨੰਦ ਦੇ ਪੁੱਤਰ ਸੀਗੇ ਕੌਣ? ਕ੍ਰਿਸ਼ਨ ਜੀ। ਤਾਂ ਇਸੇ ਤਰ੍ਹਾਂ ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ, ਠੀਕ ਹੈ। ਬਲਰਾਮ ਯਾਨੀ ਕਿ ਰਾਮਾ, ਕ੍ਰਿਸ਼ਨ, ਠੀਕ ਹੈ। ਕਿਹਦੇ ਪੁੱਤਰ ਸੀਗੇ ਕ੍ਰਿਸ਼ਨ ਜੀ? ਉਹ ਪੁੱਤਰ ਸੀਗੇ ਨੰਦ ਦੇ, ਠੀਕ ਹੈ। ਅਤੇ ਅੱਗੇ ਇੱਕ ਹੋਰ ਕੁਐਸਚਨ ਮਿਲਦਾ ਸਾਨੂੰ ਕਿ ਜਿਹੜੇ ਸਵਾਮੀ ਵਿਵੇਕਾਨੰਦ ਸੀਗੇ ਉਹਨਾਂ ਦਾ ਦੂਸਰਾ ਨਾਮ ਜਾਂ ਉਹਨਾਂ ਦਾ ਓਰੀਜਨਲ ਨੇਮ ਕਿਹੜਾ ਸੀ? ਉਹ ਸੀਗਾ ਜੀ ਨਰਿੰਦਰ ਨਾਥ ਦੱਤ। ਇਹ ਕੁਐਸਚਨ ਵੀ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਅਤੇ ਅੱਗੇ ਕਿਉਂ ਪ੍ਰਸਿੱਧੀ ਹੋਈ ਸੀ ਇਹਨਾਂ ਦੀ? ਕਿਹੜੀ ਗੱਲੋਂ ਪ੍ਰਸਿੱਧੀ ਹੋਈ ਸੀ ਸਵਾਮੀ ਵਿਵੇਕਾਨੰਦ ਜੀ ਦੀ? ਇਹਨਾਂ ਦੀ ਪ੍ਰਸਿੱਧੀ ਹੋਈ ਸੀ ਜੀ ਸ਼ਿਕਾਗੋ ਦੇ ਵਿੱਚ ਇੱਕ ਧਾਰਮਿਕ ਸੰਮੇਲਨ ਹੋਇਆ ਸੀ ਜਿੱਥੇ ਇਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਸੀ। ਤਾਂ ਬਹੁਤ ਸਾਰੇ ਲੋਕ ਉੱਥੋਂ ਦੇ ਇਹਨਾਂ ਦੇ ਮੁਰੀਦ ਬਣ ਗਏ ਸੀ 1893 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਹੀ ਜਦੋਂ ਇਹਨਾਂ ਦੀ ਲੋਕਪ੍ਰਿਯਤਾ ਵੱਧਦੀ ਗਈ ਤਾਂ ਇਹਨਾਂ ਨੇ ਰਾਮਾ ਕ੍ਰਿਸ਼ਨ ਮਿਸ਼ਨ ਸਥਾਪਿਤ ਕਰ ਲਿਆ 1897 ਦੇ ਵਿੱਚ, ਠੀਕ ਹੈ, ਓਕੇ ਜੀ। ਯਾਨੀ ਕਿ 4 ਸਾਲ ਬਾਅਦ ਸਮਾਗਮ ਤੋਂ। ਇਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਸਾਨੂੰ ਕਿਹੜੀਆਂ ਮਿਲਦੀਆਂ? ਯੋਗ ਤੋਂ ਯਾਦ ਰੱਖਿਓ, ਗਿਆਨ ਯੋਗ, ਕਰਮ ਯੋਗ, ਰਾਜ ਯੋਗ, ਠੀਕ ਹੈ। ਇਹ ਤਿੰਨੇ ਪੁਸਤਕਾਂ ਇਹਨਾਂ ਦੀਆਂ ਤੁਸੀਂ ਯਾਦ ਰੱਖਣੀਆਂ, ਕਲੀਅਰ। ਅੱਗੇ ਚੱਲਦੇ ਹਾਂ। ਇਹਨਾਂ ਬੁੱਕਸ ਨੂੰ ਤੁਸੀਂ ਯਾਦ ਕਰ ਸਕਦੇ ਹੋ ਇੱਕ ਟ੍ਰਿਕ ਦੇ ਨਾਲ। ਕਿਸ ਤਰ੍ਹਾਂ? ਵਿਵੇਕ ਬੁੱਧੀ ਨਾਲ ਗਿਆਨ ਮਿਲਦਾ ਅਤੇ ਕਰਮਾਂ ਨਾਲ ਰਾਜ ਮਿਲਦਾ, ਠੀਕ ਹੈ। ਅਗੇਨ ਵਿਵੇਕ ਬੁੱਧੀ ਨਾਲ ਗਿਆਨ ਮਿਲਦਾ ਅਤੇ ਕਰਮਾਂ ਨਾਲ ਕੀ ਮਿਲਦਾ ਜੀ? ਰਾਜ ਮਿਲਦਾ,
ठीक है, एक दो तीन बार इन्हूं बोलोगे तो तुहाडे कदे नहीं भुलेगी ये पूरी लाइन। ओके, अगला क्वेश्चन जिहड़ा इन्हां नाल सानूं रिलेटेड मिलदा कि इन्हां दा यादगारी स्थान कित्थे बनया होया, कन्याकुमारी दे विच, ते नाम है रॉक मैमोरीअल। नैक्सट है जी साडा सिंह सभा, जिस दे विचों ढेर सारे क्वेश्चन जिहड़े वो बनदे आ। सिंह सभा लहर कदों ਚੱਲੀ 1873 ਦੇ ਵਿੱਚ। ਹੁਣ ਇਹ ਪਹਿਲੀ ਸਿੰਘ ਸਭਾ ਲਹਿਰ ਆ, ਇਹ ਚੀਜ਼ ਯਾਦ ਰੱਖਣੀ ਆ, ਪਹਿਲੀ ਸਿੰਘ ਸਭਾ ਲਹਿਰ ਆ ਉਹ ਕਦੋਂ ਚੱਲੀ 1873 ਈਸਵੀ ਦੇ ਵਿੱਚ। ਤੇ ਇਹਦੀ ਸਥਾਪਨਾ ਕਿੱਥੇ ਹੋਈ ਜੀ, ਅੰਮ੍ਰਿਤਸਰ ਸਾਹਿਬ ਦੇ ਵਿੱਚ। ਠੀਕ ਹੈ, ਤੇ ਇਹਦੇ ਪਹਿਲੇ ਪ੍ਰਧਾਨ ਸੀਗੇ ਠਾਕੁਰ ਸਿੰਘ ਸੰਧਾਵਾਲੀਆ। ठीक है, पहले प्रधान सिंह सभा लहर दे ठाकुर, यानी सब शुरुआत कित्थों हुई, ठाकुर तो। इस तरह तुसी याद रख सकते हो। तो पहले जिहड़े सकत्तर सी इन्हां दे वो सीगे ਗਿਆਨੀ ਗਿਆਨ ਸਿੰਘ। ठीक है, जो लहर शुरू की है तो आपां किहनूं करांगे, फिर सकत्तर किसी ਗਿਆਨਵਾਨ ਬੰਦੇ ਨੂੰ ही करांगे ना। ठीक है, उधरों देखो प्रधान ਤਾਂ किहनूं बनाता सी, जो ठाकुर होएगा ਉਹਨੂੰ प्रधान बनाता। ठीक है, तो शुरू करांगे ਗਿਆਨ वाले बंदे तो। इस तरह इस ट्रिक नाल तुसी आसानी नाल याद कर सकते हो। ठीक है, ਇਹਦਾ ਉਦੇਸ਼ ਕੀ ਸੀ, ਉਦੇਸ਼ ਸੀਗਾ ਜੀ ਸਿੱਖ ਧਰਮ ਬਾਰੇ ਪ੍ਰਚਾਰ ਕਰਨਾ ਤੇ ਸਿੱਖ ਸਾਹਿਤ ਛਪਵਾਉਣਾ, ਕਿਉਂਕਿ ਲੋਕਾਂ ਨੂੰ ਸਿੱਖ ਧਰਮ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣੀ ਸੀ। ਠੀਕ ਹੈ ਜੀ, ਅੱਗੇ ਦੇਖਦੇ ਹਾਂ ਲਾਹੌਰ ਸਿੰਘ ਸਭਾ। ਤਾਂ ਉਹ ਦੇਖੋ, ਉਹ ਪਹਿਲੀ ਸਿੰਘ ਸਭਾ ਕਹੀ ਸੀ ਆਪਾਂ, ਕਿਹੜੀ ਸੀ 1873 ਦੇ ਵਿੱਚ। ਤਾਂ ਹੁਣ ਇਸ ਤੋਂ ਬਾਅਦ ਸਥਾਪਨਾ ਹੋਈ ਜੀ ਲਾਹੌਰ ਸਿੰਘ ਸਭਾ ਦੀ। ਠੀਕ ਹੈ, ਇਹ ਉਸ ਤੋਂ ਥੋੜ੍ਹੀ ਜੀ ਅਲੱਗ ਦੀ ਸੀ ਅੰਮ੍ਰਿਤਸਰ ਵਾਲੀ ਸਭਾ ਤੋਂ। ਤਾਂ ਲਾਹੌਰ ਸਿੰਘ ਸਭਾ ਜਿਹੜੀ ਸਥਾਪਿਤ ਹੋਈ 1879 ਦੇ ਵਿੱਚ। ਪਹਿਲੀ ਕਿੰਨੇ 'ਚ ਸਥਾਪਿਤ ਹੋਈ ਸੀ 1873 ਦੇ ਵਿੱਚ। ਠੀਕ ਹੈ, ਤਾਂ ਉਸ ਤੋਂ 6 ਸਾਲ ਬਾਅਦ ਕਿਹੜੀ ਸਥਾਪਿਤ ਹੋਈ ਜੀ, ਲਾਹੌਰ ਸਿੰਘ ਸਭਾ। ਠੀਕ ਹੈ, ਤਾਂ ਇਹਦੇ ਨਾਮ ਤੋਂ ਹੀ ਕਲੀਅਰ ਹੈ ਕਿੱਥੇ ਇਹਦੀ ਸਥਾਪਨਾ ਹੋਈ, ਉਹ ਹੋਈ ਜੀ ਲਾਹੌਰ ਦੇ ਵਿੱਚ 1879 ਦੇ ਵਿੱਚ। ਤਾਂ ਇਸ ਦੇ ਪ੍ਰਧਾਨ ਕੌਣ ਬਣੇ, ਪ੍ਰਧਾਨ ਬਣੇ ਜੀ ਦੀਵਾਨ ਬੂਟਾ ਸਿੰਘ। ਆਪਾਂ ਇੱਕ ਕੁਐਸਚਨ ਕੀਤਾ ਸੀ ਇਸ ਤੋਂ ਪਹਿਲਾਂ ਵਾਲੇ ਲੈਕਚਰ ਦੇ ਵਿੱਚ, ਆਈ ਥਿੰਕ ਮੇਬੀ ਭੂਗੋਲਿਕ ਵਿਸ਼ੇਸ਼ਤਾਵਾਂ ਵਿੱਚ ਕੀਤਾ ਸੀ ਜਾਂ ਉਸ ਤੋਂ ਬਾਅਦ ਵਾਲੇ ਜੀਕੇ ਵਾਲੇ ਲੈਕਚਰਸ, ਆਈ ਡੋਂਟ ਨੋ, ਬਟ ਕੀਤਾ ਸੀ ਇੱਕ ਕੁਐਸਚਨ ਆਪਾਂ ਕਿ ਲਾਹੌਰ ਨੂੰ ਫੁੱਲਾਂ ਦਾ ਜਾਂ ਮੁਗਲਾਂ ਦਾ ਬਗੀਚਾ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਤੁਸੀਂ ਯਾਦ ਰੱਖ ਸਕਦੇ ਹੋ। ਉੱਥੋਂ ਦੇ ਹਿਸਾਬ ਨਾਲ ਪ੍ਰਧਾਨ ਬਣੇ ਬੂਟਾ ਸਿੰਘ, ਫੁੱਲ ਬੂਟੇ। ਠੀਕ ਹੈ, ਤੇ ਸਕੱਤਰ ਕੌਣ ਬਣਿਆ, ਸਕੱਤਰ ਬਣਿਆ ਜੀ ਭਾਈ ਗੁਰਮੁਖ ਸਿੰਘ। ਆਹ ਪਰਸਨ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਰੱਖ ਲੈਣਾ, ਕਿਉਂਕਿ ਇਸ ਦਾ ਬਹੁਤ ਰੋਲ ਆਏਗਾ ਅੱਗੇ ਦੀ ਅੱਗੇ ਬਾਰ-ਬਾਰ ਇਸ ਦਾ ਨਾਮ ਆਏਗਾ। ਠੀਕ ਹੈ, ਭਾਈ ਗੁਰਮੁਖ ਸਿੰਘ ਇਹ ਬਣੇ ਸੀ ਜੀ ਸਕੱਤਰ। ਤਾਂ ਮੇਨਲੀ ਜਿਹੜੇ ਇਹਨਾਂ ਨੇ ਕੰਮ ਕੀਤੇ ਸੀਗੇ ਉਹਨਾਂ 'ਤੇ ਆਪਾਂ ਧਿਆਨ ਦਈਏ ਤਾਂ 1880 ਦੇ ਵਿੱਚ ਜਿਹੜੇ ਭਾਈ ਗੁਰਮੁਖ ਸਿੰਘ ਸੀਗੇ, ਇਹਨਾਂ ਦੇ ਯਤਨਾਂ ਦੇ ਦੁਆਰਾ ਪਹਿਲੀ ਵਾਰ ਜਿਹੜਾ ਗੁਰਮੁਖੀ ਅਖਬਾਰ ਆ ਉਹ ਸ਼ੁਰੂ ਹੋਇਆ 1880 ਦੇ ਵਿੱਚ। ਠੀਕ ਹੈ, ਜਿਸ ਦਾ ਮੇਨ ਮੰਤਵ ਕੀ ਸੀਗਾ, ਸਿੱਖ ਸਾਹਿਤ ਬਾਰੇ ਜਾਂ ਸਿੱਖ ਧਰਮ ਬਾਰੇ ਪ੍ਰਚਾਰ ਕਰਨਾ। ਕਲੀਅਰ, ਯਾਦ ਰੱਖਿਓ ਇਹ ਵਾਲੀ ਡੇਟ 1880। ਕਿਹੜਾ ਅਖਬਾਰ, ਗੁਰਮੁਖੀ ਅਖਬਾਰ। ਕਿਸ ਦੇ ਦੁਆਰਾ, ਗੁਰਮੁਖੀ, ਇਹ ਯਾਦ ਰੱਖਣਾ। ਇਸ ਤੋਂ ਬਾਅਦ ਜੀ ਖਾਲਸਾ ਦੀਵਾਨ ਅੰਮ੍ਰਿਤਸਰ। ਅਗਲਾ ਜਿਹੜਾ ਸਾਡੀ ਸੰਸਥਾ ਮਿਲਦੀ ਹੈ ਸਾਨੂੰ, ਖਾਲਸਾ ਦੀਵਾਨ ਅੰਮ੍ਰਿਤਸਰ। ਤਾਂ ਇਸ ਦੀ ਸਥਾਪਨਾ ਹੋਈ ਸੀ ਜੀ ਅਪ੍ਰੈਲ 1883 ਈਸਵੀ ਦੇ ਵਿੱਚ। ਠੀਕ ਹੈ, ਤਾਂ ਇਹਦੇ ਆਪਾਂ ਸਰਪ੍ਰਸਤ ਤੇ ਪ੍ਰਧਾਨ ਦੇਖ ਲੈਂਦੇ ਹਾਂ। ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਹੋਈ ਅਪ੍ਰੈਲ 1883 ਈਸਵੀ ਦੇ ਵਿੱਚ। ਸਰਪ੍ਰਸਤ ਇਹਦੇ ਕੌਣ ਬਣੇ ਸੀ ਜੀ, ਰਾਜਾ ਬਿਕਰਮ ਸਿੰਘ। ਠੀਕ ਹੈ, ਪ੍ਰਧਾਨ ਕੌਣ ਬਣੇ ਸੀ, ਬਾਬਾ ਖੇਮ ਸਿੰਘ ਬੇਦੀ, ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਅਗਾਂਹ ਵੰਸ਼ ਦੇ ਵਿੱਚੋਂ ਸੀਗੇ, ਕਿਤੇ ਨਾ ਕਿਤੇ ਇਹਨਾਂ ਦਾ ਸੰਬੰਧ ਸੀ। ਠੀਕ ਹੈ, ਤੇ ਸਕੱਤਰ ਬਣੇ ਸੀ ਦੋ, ਗੁਰਮੁਖ ਸਿੰਘ ਤੇ ਗਣੇਸ਼ੀ ਸਿੰਘ। ਹੁਣ ਯਾਦ ਰੱਖਣਾ ਤੁਸੀਂ, ਸਰਪ੍ਰਸਤ ਕੌਣ ਸੀਗੇ, ਰਾਜਾ ਬਿਕਰਮ ਸਿੰਘ। ਪ੍ਰਧਾਨ ਕੌਣ ਸੀ, ਬਾਬਾ ਖੇਮ ਸਿੰਘ ਬੇਦੀ। ਤੇ ਸਕੱਤਰ ਕੌਣ ਸੀਗੇ ਜੀ, ਗੁਰਮੁਖ ਸਿੰਘ ਤੇ ਗਣੇਸ਼ੀ ਸਿੰਘ। ਕਲੀਅਰ, ਇਹ ਹੈ ਸਾਡਾ ਖਾਲਸਾ ਦੀਵਾਨ। ਦੀਵਾਨ ਯਾਨੀ ਕਿ ਕਦੋਂ ਹੋਇਆ ਸੀ 1883 ਦੇ ਵਿੱਚ। ਠੀਕ ਹੈ, ਤਾਂ ਹੁਣ ਦੇਖੋ ਇਸ ਤੋਂ ਬਾਅਦ ਜਿਹੜੇ ਰਾਜਾ ਬਿਕਰਮ ਸਿੰਘ ਦੇ ਨਾਲ ਜਿਹੜੇ ਗੁਰਮੁਖ ਸਿੰਘ ਸੀਗੇ, ਉਹਨਾਂ ਦਾ ਕਿਤੇ ਨਾ ਕਿਤੇ ਵਿਵਾਦ ਆ ਜਿਹੜਾ ਉਹ ਖੜਾ ਹੋ ਗਿਆ, ਬਹਿਸ ਹੋ ਗਈ ਉਹਨਾਂ ਦੀ ਸੰਵਿਧਾਨ ਦੇ ਮਾਮਲੇ ਨੂੰ ਲੈ ਕੇ। ਠੀਕ ਹੈ, ਜੋ ਖਾਲਸਾ ਦੀਵਾਨ ਦਾ ਸੰਵਿਧਾਨ ਸੀ ਉਸ ਨੂੰ ਲੈ ਕੇ ਇਹਨਾਂ ਦੀ ਆਪਸੀ ਬਹਿਸ ਹੋ ਗਈ। ਤਾਂ ਫਿਰ ਜਿਹੜੇ ਅਲੱਗ ਤੋਂ ਭਾਈ ਗੁਰਮੁਖ ਸਿੰਘ ਜੀ ਸੀਗੇ, ਉਹ ਉਸ ਜਿਹੜੀ ਲਹਿਰ ਤੋਂ ਅਲੱਗ ਹੋ ਗਏ ਅਤੇ ਇਹਨਾਂ ਨੇ ਅਲੱਗ ਤੋਂ ਆਪਣੀ ਜਿਹੜੀ ਖਾਲਸਾ ਦੀਵਾਨ ਲਾਹੌਰ ਬਣਾ ਲਿਆ। ਠੀਕ ਹੈ, ਆਪਣੀ ਸੰਸਥਾ ਅਲੱਗ ਕਰ ਲਈ। ਇਹ ਕਦੋਂ ਜੀ 1886 ਦੇ ਵਿੱਚ। ਠੀਕ ਹੈ, ਤਾਂ ਪਹਿਲਾਂ ਸੀ 1883 ਅਤੇ 3 ਸਾਲ ਬਾਅਦ ਹੀ ਇਹ ਅਲੱਗ ਹੋ ਗਏ। ਤਾਂ 1886 ਦੇ ਵਿੱਚ ਇਹਨਾਂ ਨੇ ਖਾਲਸਾ ਦੀਵਾਨ ਲਾਹੌਰ ਬਣਾ ਲਿਆ।
ਠੀਕ ਹੈ। ਦੇਖੋ ਪਹਿਲਾਂ 36 ਜਾਂ 37 ਸਭਾਵਾਂ ਸੀ, ਆਪਾਂ ਨੂੰ 2 ਮਿਲਦੇ ਆ ਇਤਿਹਾਸ ਦੇ ਵਿੱਚ, 36 ਜਾਂ 37, ਐਗਜ਼ੈਕਟ ਨਹੀਂ ਪਤਾ ਕਿ 36 ਸੀ ਕਿ 37 ਸੀ। ਠੀਕ ਹੈ, ਦੋਨੇ ਹੀ ਲਿਖੀਆਂ ਮਿਲਦੀਆਂ ਨੇ, ਤਾਂ ਤੁਸੀਂ ਦੋਨੋਂ ਹੀ ਯਾਦ ਰੱਖਣੀਆਂ। ਉਹਨਾਂ ਦੇ ਵਿੱਚੋਂ ਜਿਹੜੀਆਂ 30 ਸਭਾਵਾਂ ਸੀਗੀਆਂ ਉਹ ਕਿਹਦੇ ਨਾਲ ਸੀ ਜੀ? ਉਹ ਸੀਗੀਆਂ ਭਾਈ ਗੁਰਮੁਖ ਸਿੰਘ ਦੇ ਨਾਲ। ਠੀਕ ਹੈ, ਜਦੋਂ ਫਿਰ ਭਾਈ ਗੁਰਮੁਖ ਸਿੰਘ ਦੇ ਨਾਲ ਸੀਗੀਆਂ ਤਾਂ ਓਬਵੀਅਸਲੀ ਉਹ ਕਿਹਦੇ ਵਿੱਚ ਹੋ ਗਈਆਂ ਐਡ? ਖਾਲਸਾ ਦੀਵਾਨ ਲਾਹੌਰ ਦੇ ਵਿੱਚ 30 ਸਿੰਘ ਸਭਾਵਾਂ ਐਡ ਹੋ ਗਈਆਂ, ਤੇ ਪਹਿਲਾਂ ਵਾਲੇ ਵਿੱਚ ਸਿਰਫ 6 ਜਾਂ 7 ਰਹਿ ਗਈਆਂ। ਠੀਕ ਹੈ, ਤਾਂ ਹੁਣ ਦੇਖੋ ਇਹ ਅਲੱਗ ਤੋਂ ਨਵੀਂ ਇਹਨਾਂ ਨੇ ਬਣਾ ਲਈ, ਤਾਂ ਨਵਾਂ ਹੀ ਸਾਰਾ ਕੁਝ ਬਣਾਉਣਾ ਪਊਗਾ। ਸਰਪ੍ਰਸਤ ਕੌਣ ਬਣਿਆ? ਸਰਪ੍ਰਸਤ ਬਣਿਆ ਜੀ ਇਹਨਾਂ ਦਾ ਨਾਭੇ ਦਾ ਮਹਾਰਾਜਾ ਹੀਰਾ ਸਿੰਘ। ਕੌਣ ਜੀ? ਨਾਭੇ ਦਾ ਮਹਾਰਾਜਾ ਹੀਰਾ ਸਿੰਘ 1886 ਦੇ ਵਿੱਚ। ਓਕੇ ਜੀ। ਪ੍ਰਧਾਨ ਬਣੇ ਜੀ ਭਦੌੜ ਦੇ ਸਰਦਾਰ ਅਤਰ ਸਿੰਘ, ਤੇ ਮੁੱਖ ਸਕੱਤਰ ਤੁਹਾਨੂੰ ਪਤਾ ਹੀ ਹੈ, ਸਕੱਤਰ ਕੌਣ ਬਣੇਗਾ? ਭਾਈ ਗੁਰਮੁਖ ਸਿੰਘ। ਇਸ ਤੋਂ ਪਹਿਲਾਂ ਵਾਲੇ ਦੇ ਵਿੱਚ ਭਾਈ ਗੁਰਮੁਖ ਸਿੰਘ ਜੀ ਕਿਹਦੇ ਨਾਲ ਸਕੱਤਰ ਬਣੇ ਸੀ? ਗਣੇਸ਼ੀ ਸਿੰਘ ਦੇ ਨਾਲ। ਕਲੀਅਰ? ਤਾਂ ਇਹ ਸਾਰੇ ਪੁਆਇੰਟ ਤੁਸੀਂ ਮਾਈਂਡ ਦੇ ਵਿੱਚ ਰੱਖਣੇ ਆ। ਇਸ ਤੋਂ ਬਾਅਦ ਕੀ ਹੋਇਆ? ਜਿਹੜੇ ਗਿਆਨੀ ਗੁਰਮੁਖ ਸਿੰਘ ਜੀ ਸੀਗੇ ਜਾਂ ਭਾਈ ਗੁਰਮੁਖ ਸਿੰਘ ਜੀ ਸੀਗੇ, ਉਹਨਾਂ ਨੇ ਕੀ ਸੋਚਿਆ ਕਿ ਜਿਹੜੀਆਂ ਸਿੰਘ ਸਭਾਵਾਂ ਨੇ, ਠੀਕ ਹੈ, ਤੇ ਖਾਲਸਾ ਦੀਵਾਨ ਆ, ਉਹਨਾਂ ਦੇ ਵਿੱਚ ਕਾਫੀ ਜਿਹੜੇ ਮਤਭੇਦ ਆਗੇ ਉਹ ਹਜੇ ਵੀ ਪਾਏ ਜਾਂਦੇ ਆ। ਤਾਂ ਇਹਨਾਂ ਸਾਰੇ ਮਤਭੇਦਾਂ ਨੂੰ ਖਤਮ ਕਰਨ ਦੇ ਲਈ, ਤੇ ਜਿਹੜੀਆਂ ਬਾਕੀ ਅਲੱਗ-ਅਲੱਗ ਸਿੰਘ ਸਭਾਵਾਂ ਹੋ ਚੁੱਕੀਆਂ ਸੀ ਉਹਨਾਂ ਦੇ ਵਿੱਚ ਆਪਸੀ ਏਕਤਾ ਤੇ ਮੇਲ ਜੋਲ ਸਥਾਪਿਤ ਕਰਨ ਦੇ ਲਈ ਇਹਨਾਂ ਨੇ ਇੱਕ ਨਵੀਂ ਸੰਸਥਾ ਬਣਾਉਣ ਬਾਰੇ ਸੋਚਿਆ। ਠੀਕ ਹੈ, ਤਾਂ ਉਹਨਾਂ ਦੀ ਏਕਤਾ ਸਥਾਪਿਤ ਕਰਨ ਦੇ ਲਈ ਉਹ ਸੰਸਥਾ ਦਾ ਨਾਮ ਸੀਗਾ ਜੀ ਚੀਫ ਖਾਲਸਾ ਦੀਵਾਨ। ਕਿਹੜਾ ਜੀ? ਚੀਫ ਖਾਲਸਾ ਦੀਵਾਨ। ਠੀਕ ਹੈ, ਤਾਂ ਫਿਰ ਇਹਦੀ ਸਥਾਪਨਾ ਕਦੋਂ ਹੋਈ? ਇਹਦੀ ਸਥਾਪਨਾ ਹੋਈ ਜੀ 30 ਅਕਤੂਬਰ 1902 ਈਸਵੀ ਨੂੰ। ਠੀਕ ਹੈ, ਹੁਣ ਨਾਲ ਦੀ ਨਾਲ ਇਹਨੂੰ ਕੋਰਲੇਟ ਕਰਦੇ ਜਾਣਾ। ਜੇਕਰ ਤੁਸੀਂ ਇੱਕ ਵੀ ਸਟੈਪ ਭੁੱਲਦੇ ਹੋ ਤਾਂ ਵੀਡੀਓ ਨੂੰ ਇੱਥੇ ਹੀ ਪੌਜ਼ ਕਰ ਲਓ ਤੇ ਦੁਬਾਰਾ ਪਿੱਛੇ ਤੋਂ ਜਾ ਕੇ ਇਹਨੂੰ ਬੈਕ ਕਰਕੇ ਦੇਖ ਸਕਦੇ ਹੋ ਤੁਸੀਂ। ਠੀਕ ਹੈ, ਕਿਉਂਕਿ ਨਾਲ ਦੀ ਨਾਲ ਲੜੀ ਚੱਲੇਗੀ ਤਾਂ ਆਰਾਮ ਨਾਲ ਤੁਹਾਨੂੰ ਯਾਦ ਹੋ ਜਾਏਗਾ। ਠੀਕ ਹੈ, ਤਾਂ 30 ਅਕਤੂਬਰ 1902 ਈਸਵੀ ਨੂੰ ਕੀ ਹੋਇਆ ਜੀ? ਚੀਫ ਖਾਲਸਾ ਦੀਵਾਨ ਆ ਇਹ ਬਣਾਇਆ ਗਿਆ। ਇਸ ਦੇ ਪ੍ਰਧਾਨ ਕੌਣ ਬਣਾਏ ਗਏ ਜੀ? ਭਾਈ ਅਰਜਨ ਸਿੰਘ। ਇਹ ਨਾਮ ਤੁਸੀਂ ਯਾਦ ਰੱਖਣਾ। ਤੇ ਇਹਦੇ ਜਿਹੜੇ ਸਕੱਤਰ ਆ, ਸਕੱਤਰ ਬਾਰੇ ਕੁਐਸਚਨ ਆ ਜਿਹੜਾ ਉਹ ਅਕਸਰ ਪੁੱਛਿਆ ਜਾਂਦਾ। ਠੀਕ ਹੈ, ਵੈਸੇ ਯਾਦ ਤੁਸੀਂ ਦੋਵੇਂ ਹੀ ਰੱਖਣੇ ਆ, ਪ੍ਰਧਾਨ ਵੀ ਯਾਦ ਰੱਖਣਾ। ਤਾਂ ਸਕੱਤਰ ਸੀਗਾ ਜੀ ਸੁੰਦਰ ਸਿੰਘ ਮਜੀਠੀਆ, ਪ੍ਰਧਾਨ ਭਾਈ ਅਰਜਨ ਸਿੰਘ। ਚੀਫ ਖਾਲਸਾ ਦੀਵਾਨ ਬਣਿਆ ਕਦੋਂ? 1902 ਦੇ ਵਿੱਚ। ਠੀਕ ਹੈ, ਤਾਂ ਇਹਦਾ ਸਾਰਾ ਜਿਹੜਾ ਕਾਰਜਕਾਰੀ ਕੰਮ ਕਰਨ ਦੇ ਲਈ ਜਿਹੜੀਆਂ ਕਮੇਟੀਆਂ ਸੀ ਉਹ ਅਲੱਗ ਤੋਂ ਬਣਾਈਆਂ ਗਈਆਂ। ਇਹਨਾਂ ਕਮੇਟੀਆਂ ਦੀ ਗਿਣਤੀ ਸੀ 5। ਠੀਕ ਹੈ, ਇਸ ਵਾਰ ਆਪਾਂ ਇਹਨਾਂ ਦਾ ਉਦੇਸ਼ ਦੇਖ ਲੈਂਦੇ ਹਾਂ। ਨਾਮ ਬਾਣੀ ਦਾ ਪ੍ਰਚਾਰ ਕਰਨਾ, ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰਨਾ ਤੇ ਸਿੱਖਿਆ ਦੇਣਾ। ਸਿੱਖਿਆ ਦੇਣਾ ਮੇਨ ਸੀਗਾ, ਇਸ ਨੂੰ ਤੁਸੀਂ ਯਾਦ ਰੱਖਣਾ। ਇਸ ਤੋਂ ਬਾਅਦ ਜੀ ਇਹਨਾਂ ਸਾਰੇ ਟੌਪਿਕ ਨਾਲ ਰਿਲੇਟਡ ਜਿਹੜੇ ਸਾਡੇ ਮੇਨ ਕੁਐਸਚਨ ਬਣਦੇ ਆ ਸਿੰਘ ਸਭਾ ਲਹਿਰ ਨਾਲ, ਉਹ ਅਸੀਂ ਦੇਖ ਲੈਂਦੇ ਹਾਂ। ਦੇਖੋ 1908 ਦੇ ਵਿੱਚ ਸਭ ਤੋਂ ਪਹਿਲਾਂ ਪ੍ਰਚਾਰਕ ਵਿਦਿਆਲਿਆ ਕਿਸਨੇ ਬਣਵਾਇਆ? ਆਹ ਵਾਲਾ ਕੁਐਸਚਨ ਬਹੁਤ ਇੰਪੋਰਟੈਂਟ ਹੈ। ਪ੍ਰਚਾਰਕ ਵਿਦਿਆਲਿਆ ਕਿੱਥੇ ਬਣਿਆ? ਤਰਨਤਾਰਨ ਸਾਹਿਬ ਦੇ ਵਿੱਚ ਬਣਿਆ। ਕਿਸਨੇ ਬਣਵਾਇਆ? ਮਾਸਟਰ ਈਸ਼ਰ ਸਿੰਘ ਨੇ। ਕਦੋਂ? 1908 ਦੇ ਵਿੱਚ। ਠੀਕ ਹੈ, ਤਾਂ ਹੁਣ ਨਾਲ ਦੀ ਨਾਲ ਹੀ ਤੁਸੀਂ ਰੀਕਾਲ ਕਰ ਲੈਣਾ ਕਿ ਜਿਹੜਾ ਚੀਫ ਖਾਲਸਾ ਦੀਵਾਨ ਸੀ ਸਾਡਾ ਉਹ ਕਦੋਂ ਬਣਿਆ ਸੀ? 1902 ਦੇ ਵਿੱਚ। ਠੀਕ ਹੈ, ਉਹਦੇ ਬਣਨ ਤੋਂ ਬਾਅਦ ਯਤਨ ਸ਼ੁਰੂ ਹੋ ਗਏ। ਉਹਦੇ ਯਤਨਾਂ ਦੇ ਵਜੋਂ 1908 ਦੇ ਵਿੱਚ ਫਿਰ ਯਾਨੀ ਕਿ 6 ਸਾਲਾਂ ਦੇ ਬਾਅਦ ਕੀ ਹੋਇਆ? ਪ੍ਰਚਾਰਕ ਵਿਦਿਆਲਿਆ ਬਣ ਗਿਆ ਤਰਨਤਾਰਨ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ 1915 ਦੇ ਵਿੱਚ ਕੀ ਹੋਇਆ? ਗੁਰਮਤਿ ਪ੍ਰਕਾਸ਼ ਭਾਗ ਸੰਸਕਾਰ। ਆਹ ਜਿਹੜੀ ਬੁੱਕ ਹੈਗੀ, ਪੁਸਤਕ ਹੈਗੀ, ਇਹਦਾ ਛਪਣਾ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਇਸ ਲਹਿਰ ਦੀ, ਕਿਉਂਕਿ ਇਸ ਦੇ ਵਿੱਚ ਸਿੱਖਾਂ ਦੇ ਸਾਰੇ ਰਸਮੋ ਰਿਵਾਜ ਸੀਗੇ ਜਿਹੜੇ ਉਹਨਾਂ ਨੂੰ ਸੰਕਲਿਤ ਕੀਤਾ ਗਿਆ ਸੀ। ਠੀਕ ਹੈ, ਉਸ ਤੋਂ ਬਾਅਦ ਨਾਲ ਦੀ ਨਾਲ ਇਹਨਾਂ ਨੇ ਕੀ ਕਰਿਆ? ਇੱਕ ਗੁਰਪ੍ਰਣਾਲੀ ਨਾਮਕ ਕੈਲੰਡਰ ਬਣਾਤਾ, ਜਿਸ ਦੇ ਵਿੱਚ ਸਾਰੇ ਗੁਰੂ ਸਾਹਿਬਾਨਾਂ ਦੇ ਜਨਮ ਦੀਆਂ ਤੇ ਉਹਨਾਂ ਦੇ ਜੋਤੀ ਜੋਤ ਦੀਆਂ ਜਾਂ ਸ਼ਹੀਦੀ ਦੀਆਂ ਜਿਹੜੀਆਂ ਪੱਕੀਆਂ ਮਿਤੀਆਂ ਸੀ ਉਹ ਦਿੱਤੀਆਂ ਗਈਆਂ। ਠੀਕ ਹੈ, ਤਾਂ ਕੈਲੰਡਰ ਦਾ ਨਾਮ ਤੁਸੀਂ ਯਾਦ ਰੱਖਣਾ ਗੁਰਪ੍ਰਣਾਲੀ। ਕਲੀਅਰ? 1915 ਦੇ ਵਿੱਚ, ਯਾਨੀ ਕਿ 7 ਸਾਲਾਂ ਬਾਅਦ। ਇਸ ਤੋਂ ਬਾਅਦ ਇੱਕ ਹੋਰ ਸੀ ਜਿਹੜਾ ਆਪਣਾ ਪੁਆਇੰਟ ਲਿਖਣਾ ਸਕਿਪ ਹੋ ਗਿਆ ਸੀ, ਉਹ ਪੁਆਇੰਟ ਹੈ ਜੀ 1893 ਤੋਂ ਲੈ ਕੇ 1909 ਤੱਕ। ਕੀ ਸੀ? ਮੈਕਾਲਫ, M.A. ਮੈਕਾਲਫ। ਇਹ ਇੱਕੋ ਇੱਕ ਅੰਗਰੇਜ਼ ਅਧਿਕਾਰੀ ਸੀ ਜਿਸਨੇ ਬਹੁਤ ਹੀ ਬਿਨਾਂ ਕਿਸੇ ਭੇਦਭਾਵ ਦੇ ਜਿਹੜੀ ਸਾਰੀ ਰਚਨਾ ਆਪਣੀ ਉਹ ਲਿਖੀ ਸੀ। ਕਿਸ ਦੇ ਬਾਰੇ? ਸਿੱਖ ਗੁਰੂਆਂ ਤੇ ਸਿੱਖ ਧਰਮਾਂ ਬਾਰੇ, ਸਿੱਖ ਧਰਮ ਬਾਰੇ ਸੌਰੀ। ਠੀਕ ਹੈ, ਤਾਂ ਇਹਨੇ ਸਾਰੀਆਂ ਖੋਜਾਂ ਕੀਤੀਆਂ। ਉਸ ਤੋਂ ਬਾਅਦ ਇਹਨਾਂ ਸਾਰੀਆਂ ਖੋਜਾਂ ਦੇ ਵਿੱਚ ਜੋ ਵੀ ਇਹਨੂੰ ਡਾਟਾ ਮਿਲਿਆ, ਉਸ ਡਾਟੇ ਨੂੰ ਇਸਨੇ ਕਿਸ ਦੇ ਵਿੱਚ ਸੰਪਾਦਨ ਕਰਵਾਤਾ? ਆਪਣੀ ਬੁੱਕ ਦੀ ਸਿੱਖ ਰਿਲੀਜਨ। ਇਹ ਬੁੱਕ ਦਾ ਨਾਮ ਤੁਸੀਂ ਯਾਦ ਰੱਖਣਾ। ਠੀਕ ਹੈ, ਮੈਕਾਲਫ ਦੀ ਬੁੱਕ। ਇਹਨੇ ਜਿਹੜੇ ਸਿੱਖ ਨੇਤਾ ਸੀ ਉਹਨਾਂ ਦੇ ਕਹਿਣ 'ਤੇ ਜਿਹੜੀ ਆਪਣੀ ਨੌਕਰੀ ਸੀ ਅੰਗਰੇਜ਼ਾਂ ਦੇ ਅਧੀਨ ਉਹ ਛੱਡ ਦਿੱਤੀ ਸੀ ਅਤੇ ਕਿਹੜਾ ਕੰਮ ਕਰਿਆ ਸੀ? ਸਿੱਖ ਧਰਮ ਨਾਲ ਸੰਬੰਧਿਤ ਖੋਜ ਦਾ ਕੰਮ ਸੰਭਾਲ ਲਿਆ ਸੀ। ਓਕੇ ਜੀ।
ਇਸ ਤੋਂ ਬਾਅਦ ਹੈ 1894 ਦੇ ਵਿੱਚ। 1894 ਦੇ ਵਿੱਚ ਖਾਲਸਾ ਟਰੈਕਟ ਸੁਸਾਇਟੀ। ਟਰੈਕਟ ਤੋਂ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਕਿ ਕਿਉਂ ਬਣਾਈ ਗਈ ਇਹ ਸੁਸਾਇਟੀ, ਠੀਕ ਹੈ, ਜਿਹੜੀ ਕਿ ਜਿਸ ਦਾ ਮੇਨ ਮੰਤਵ ਸੀ ਟਰੈਕਟਾਂ ਦੇ ਰੂਪ ਵਿੱਚ ਜਿਹੜਾ ਪ੍ਰਚਾਰ ਕਰਨਾ ਸਿੱਖ ਸਾਹਿਤ ਦਾ, ਠੀਕ ਹੈ, ਜਾਂ ਸਿੱਖ ਧਰਮ ਦਾ। 1894 ਦੇ ਵਿੱਚ ਬਣੀ ਇਹ ਸੁਸਾਇਟੀ। ਕਿਸ ਨੇ ਬਣਾਈ ਜੀ? ਓਬਵੀਅਸਲੀ ਪੰਜਾਬੀ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੋਏਗਾ, ਭਾਈ ਵੀਰ ਸਿੰਘ ਨੇ, ਠੀਕ ਹੈ। ਸਹਿਯੋਗੀ ਕੌਣ ਸੀ? ਭਾਈ ਕੌਰ ਸਿੰਘ। ਓਕੇ, ਅੱਗੇ ਚੱਲਦੇ ਹਾਂ ਜੀ ਆਪਾਂ। ਆਨੰਦ ਮੈਰਿਜ ਐਕਟ। ਇਹ ਕੁਐਸਚਨ ਵੀ ਬਾਰ-ਬਾਰ ਪੁੱਛਿਆ ਜਾਂਦਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਨੰਦ ਮੈਰਿਜ ਐਕਟ ਹੈ ਜਿਹੜਾ, ਇਹ ਕਦੋਂ ਲਾਗੂ ਹੋਇਆ, ਕਦੋਂ ਇਹਨੂੰ ਮਾਨਤਾ ਮਿਲੀ? 1909 ਈਸਵੀ ਦੇ ਵਿੱਚ, ਠੀਕ ਹੈ। ਤੇ ਇਸ ਤੋਂ ਬਾਅਦ ਇੱਕ ਹੋਰ ਕੁਐਸਚਨ ਹੈ ਸਾਡਾ ਬਣਦਾ, 1904 ਈਸਵੀ ਦੇ ਵਿੱਚ ਕੇਂਦਰੀ ਖਾਲਸਾ ਯਤੀਮਖਾਨਾ ਜਿਹੜਾ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣਾਇਆ ਗਿਆ। ਕਿਸ ਦੇ ਯਤਨਾਂ ਦੁਆਰਾ? ਸਰਦਾਰ ਸੁੰਦਰ ਸਿੰਘ ਮਜੀਠੀਆ ਦੇ ਯਤਨਾਂ ਦੁਆਰਾ। ਤਾਂ ਇੱਕ ਪੁਆਇੰਟ ਇਹਦੇ ਵਿੱਚ ਨੋਟ ਕਰਨ ਵਾਲਾ ਹੈ ਕਿ ਜਿਹੜੇ ਸ਼ਹੀਦ ਊਧਮ ਸਿੰਘ ਸੀਗੇ ਉਹ ਬਚਪਨ ਦੇ ਵਿੱਚ ਕਿਸੇ ਹੀ ਜਿਹੜਾ ਕੇਂਦਰੀ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਸਾਹਿਬ ਆ ਇੱਥੇ ਹੀ ਰਹਿੰਦੇ ਸੀ, ਠੀਕ ਹੈ। ਇੱਥੋਂ ਹੀ ਗਏ ਸੀ ਉਹ ਜਲਿਆਂਵਾਲੇ ਬਾਗ ਦੇ ਵਿੱਚ, ਜਦੋਂ ਉਹਨਾਂ ਨੇ ਜਾ ਕੇ ਉੱਥੋਂ ਦੀ ਲੋਕਾਂ ਦੀ ਹਾਲਤ ਆ ਜਿਹੜੀ ਦੇਖੀ ਸੀ, ਅਤੇ ਆਪਣੇ ਮਨ ਦੇ ਵਿੱਚ ਪ੍ਰਣ ਕੀਤਾ ਸੀ ਕਿ ਉਹ ਬਦਲਾ ਲੈਣਗੇ ਇਸ ਘਟਨਾ ਦਾ, ਠੀਕ ਹੈ। ਤਾਂ ਇਹ ਕੁਐਸਚਨ ਇੰਪੋਰਟੈਂਟ ਬਣਦਾ, ਸ਼ਹੀਦ ਊਧਮ ਸਿੰਘ ਜੀ ਇਸੇ ਜਿਹੜੇ ਯਤੀਮਖਾਨੇ ਦੇ ਵਿੱਚ ਰਹਿੰਦੇ ਸੀ ਆਪਣੇ ਬਚਪਨ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ 1934 ਦੇ ਵਿੱਚ ਅੰਧ ਆਸ਼ਰਮ ਆ ਜਿਹੜਾ ਇੱਕ ਬਣਾਇਆ ਗਿਆ। ਤਾਂ ਇੱਥੇ ਬ੍ਰੈਲ ਵਿਧੀ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਸੀ, ਅਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਅਲੱਗ ਤੋਂ ਇਹਨਾਂ ਨੇ ਇੱਕ ਰਚਨਾ ਤਿਆਰ ਕਰਵਾਈ, ਜਿਸ ਦੇ ਵਿੱਚ ਬ੍ਰੈਲ ਵਿਧੀ ਰਾਹੀਂ ਜਿਹੜੀ ਗੁਰਬਾਣੀ ਆ ਉਹ ਪੜ੍ਹਾਈ ਜਾਂਦੀ ਸੀ, ਠੀਕ ਹੈ। ਤਾਂ ਜਿਹੜੇ ਬੱਚੇ ਦੇਖ ਨਹੀਂ ਸਕਦੇ ਸੀ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਉਹ ਲੈ ਸਕਦੇ ਸੀ 1934 ਦੇ ਵਿੱਚ। ਇਸ ਤੋਂ ਬਾਅਦ ਐਜੂਕੇਸ਼ਨਲ ਕੁਛ ਕੁ ਪੁਆਇੰਟ ਨੇ ਉਹ ਆਪਾਂ ਨੋਟ ਕਰ ਲੈਂਦੇ ਹਾਂ। 1877 ਦੇ ਵਿੱਚ ਲਾਹੌਰ ਓਰੀਐਂਟਲ ਕਾਲਜ, ਕਿਹੜਾ ਕਾਲਜ ਬਣਿਆ ਜੀ? ਲਾਹੌਰ ਓਰੀਐਂਟਲ ਕਾਲਜ ਬਣਿਆ ਹੋਇਆ ਸੀ। ਉਸ ਦੇ ਵਿੱਚ ਪੰਜਾਬੀ ਭਾਸ਼ਾ ਦੀ ਜਿਹੜੀ ਸਿੱਖਿਆ ਹੈਗੀ ਉਹ ਸ਼ੁਰੂ ਕਰਵਾਈ ਭਾਈ ਗੁਰਮੁਖ ਸਿੰਘ ਨੇ। ਸ਼ੁਰੂ ਹੀ ਨਹੀਂ ਕਰਵਾਈ, ਨਾਲ ਦੀ ਨਾਲ ਉੱਥੇ ਇਹ ਆਪ ਪੰਜਾਬੀ ਦੇ ਪ੍ਰੋਫੈਸਰ ਜਾਂ ਅਧਿਆਪਕ ਲੱਗ ਗਏ ਸੀ, ਠੀਕ ਹੈ। ਇੱਕ ਬਹੁਤ ਵੱਡੀ ਪ੍ਰਾਪਤੀ ਸੀ ਇਹ 1877 ਦੇ ਵਿੱਚ। ਇਸ ਨੂੰ ਤੁਸੀਂ ਆਹ ਵਾਲੀ ਡੇਟ ਨੂੰ ਫਿਕਸ ਕਰ ਲੈਣਾ ਆਪਣੇ ਮਾਈਂਡ ਦੇ ਵਿੱਚ, ਓਕੇ। ਇਸ ਤੋਂ ਬਾਅਦ ਜੀ 1892 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ, ਅਗੇਨ ਇੱਕ ਬਹੁਤ ਵੱਡੀ ਪ੍ਰਾਪਤੀ ਸੀਗੀ ਸਾਡੇ ਦੇ ਲਈ। ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ 1892 ਦੇ ਵਿੱਚ। ਸਕੱਤਰ ਕੌਣ ਸੀ ਜੀ? ਸੁੰਦਰ ਸਿੰਘ ਮਜੀਠੀਆ, ਠੀਕ ਹੈ। ਸੌਰੀ, ਸਕੱਤਰ ਨਹੀਂ ਸੀਗੇ ਇਹ ਪ੍ਰਧਾਨ ਸੀਗੇ, ਸੌਰੀ, ਨੋਟ ਕਰ ਲਿਓ। ਪ੍ਰਧਾਨ ਕੌਣ ਬਣਿਆ? ਸੁੰਦਰ ਸਿੰਘ ਮਜੀਠੀਆ। ਅਤੇ ਇਹਦੇ ਸਕੱਤਰ ਕੌਣ ਬਣੇ ਸੀ? ਸਕੱਤਰ ਬਣੇ ਸੀ ਜੀ ਹਰਬੰਸ ਸਿੰਘ ਅਟਾਰੀ, ਖਾਲਸਾ ਕਾਲਜ ਅੰਮ੍ਰਿਤਸਰ ਦੇ, ਠੀਕ ਹੈ। ਇਸ ਤੋਂ ਬਾਅਦ ਜੀ 1892 ਦੇ ਵਿੱਚ ਸਿੱਖ ਕੰਨਿਆ ਮਹਾਵਿਦਿਆਲਿਆ। ਆਹ ਵਾਲਾ ਕੁਐਸਚਨ ਇੰਪੋਰਟੈਂਟ ਹੈ। 1892 ਦੇ ਵਿੱਚ ਸਿੱਖ ਕੰਨਿਆ ਮਹਾਵਿਦਿਆਲਿਆ ਜਿਹੜਾ ਉਹ ਕਿਸ ਨੇ ਬਣਾਇਆ? ਉਹ ਬਣਾਇਆ ਜੀ ਭਾਈ ਤਖਤ ਸਿੰਘ ਨੇ, ਠੀਕ ਹੈ। ਤਾਂ ਇਹ ਜਿਹੜੇ ਸਾਰੇ ਕੁਐਸਚਨ ਸੀਗੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਦੇ ਪੱਖ ਤੋਂ, ਅਤੇ ਤੁਸੀਂ ਸਾਰਿਆਂ ਨੇ ਇਹ ਧਿਆਨ ਨਾਲ ਨੋਟ ਕਰ ਲੈਣੇ ਨੇ, ਠੀਕ ਹੈ। ਸੀਰੀਜ਼ ਵਾਈਜ਼ ਕਰੋਗੇ ਤਾਂ ਬਹੁਤ ਚੰਗੀ ਤਰ੍ਹਾਂ ਯਾਦ ਹੋ ਜਾਏਗਾ ਤੁਹਾਡਾ, ਆਸਾਨੀ ਨਾਲ ਤੁਸੀਂ ਸਾਰੇ ਕੁਐਸਚਨਸ ਜਿਹੜੇ ਆਨਸਰ ਆ ਉਹ ਦੇ ਸਕਦੇ ਹੋ, ਠੀਕ ਹੈ ਜੀ। ਸੋ ਕਿਸ ਤਰ੍ਹਾਂ ਦਾ ਲੱਗਿਆ ਆਪਣਾ ਅੱਜ ਦਾ ਲੈਕਚਰ? ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਕਰਦੇ ਰਹੋ ਆਪਣੇ ਪੇਪਰ ਦੀ ਤਿਆਰੀ, ਅਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਸ ਸਟੱਡੀ ਚੈਨਲ। ਥੈਂਕ ਯੂ ਸੋ ਮਚ।